पंजाबी नैशनल वेख रहे सारे दर्शकों को जी एक बार फिर मेरे वालों प्यार भरी सत श्री अकाल, आदाब ते नमस्कार। मैं लैके हाजिर हाँ जी प्रोग्राम कैलगरी फोकस। तो अज फिर असी गल अल्बर्टा दे विच जो रियल एस्टेट विच बूम चल रहा है उहदे ते गलबात करांगे। तो गलबात करन वास्ते असी सद्दा दिता सीगा अपने कैलगरी दे बड़े ही नामवर रियल्टर जतिंदर चीमा जी नूं। आओ उन्हां दा स्वागत करते हैं। चीमा साहब सत श्री अकाल जी। सत श्री अकाल ढिल्लों साहब, जी आए नो जी प्रोग्राम दे विच। बहुत बहुत शुक्रिया ढिल्लों साहब। चीमा साहब रियल एस्टेट की गलबात तुहाडे नाल चलदे हुण काफ़ी अरसा हो गया जी। तो जिहड़ा बूम आ वो अजे कंटिन्यू हो रहा। तो आपां मैं पिछे आर्टिकल भी देख रहा सीगा कि आया कि मार्च दे विच पिछले 10 सालों की अगर आप गल करिए तो एवर हाईएस्ट सेल वाले पासे फिगर्स गई ने। की कहना चाहोगे जी? ढिल्लों साहब तुसीं अल्बर्टा बारे गल कीती है। जिहड़ा 4 दिन पहला एक फिगर्स आईयां सीगियां कैलगरी सिटी दियां जी, ਉਹਦੇ ਵਿੱਚ बड़ा एक ਪ੍ਰੋਮਿਸਿੰਗ ਜਿਹੜੀਆਂ ਫਿਗਰਸ ਆਈਆਂ ਨੇ ਜਿਹਦੇ ਤੇ ਸਾਰੇ ਹਲਕਿਆਂ ਵਿੱਚ ਬੜੀ ਖੁਸ਼ੀ ਪਾਈ ਜਾ ਰਹੀ ਹੈ ਕਿ ਅਲਬਰਟਾ ਦੀ ਰੀਅਲ ਸਟੇਟ ਦੇ ਵਿੱਚ ਵੀ ਜਾਨ ਪੈ ਰਹੀ ਹੈ ਜੀ। ਜਿਹੜੀਆਂ ਕੈਲਗਰੀ ਦੀਆਂ ਫਿਗਰਸ ਆਈਆਂ ਨੇ ਉਹਦੇ ਵਿੱਚ ਉਹਨਾਂ ਨੇ ਜਿਹੜੇ 147% ਦੀ ਗਰੋਥ ਦੇਖੀ ਗਈ ਹੈ ਐਜ਼ ਜਿਹੜਾ ਬੈਸਟ ਮਾਰਚ ਗਿਣਿਆ ਜਾਂਦਾ ਹੈ। ਅੱਛਾ ਜੀ। 2007 ਤੋਂ ਲੈ ਕੇ ਹੁਣ ਤੱਕ ਦਾ ਬੈਸਟ ਮਾਰਚ ਉਹਨੂੰ ਗਿਣਿਆ ਗਿਆ ਜਿਸ 'ਚ 147% ਦੀ ਇਨਕਰੀਜ਼ ਹੋਈ ਹੈ। ਠੀਕ ਹੈ ਜੀ। ਘਰਾਂ ਦੀ ਕੈਲਗਰੀ ਦੇ ਵਿੱਚ ਕੋਰਸਪੋਂਡਿੰਗ ਪੀਰੀਅਡ ਵਿੱਚ ਮੈਕਸਿਮਮ ਜਿਹੜੀ ਗਰੋਥ ਦੇਖੀ ਗਈ ਹੈ। ਉਹਦੇ ਨਾਲ ਜਿਹੜਾ ਪ੍ਰਾਈਸ ਹੈ ਜਿਹੜਾ ਇੱਕ ਟਿਪੀਕਲ ਹੋਮ ਦਾ ਪ੍ਰਾਈਸ ਹੈ ਜਿਹੜਾ ਈਅਰ ਟੂ ਈਅਰ ਆਪਾਂ ਕਰਦੇ ਮਾਰਚ 2020 ਤੋਂ ਜੇ ਆਪਾਂ 2021 ਮਾਰਚ ਤੱਕ ਕੰਪੈਰੀਜ਼ਨ ਕਰੀਏ ਤਾਂ ਉਹਦੇ ਵਿੱਚ ਜਿਹੜਾ ਪ੍ਰਾਈਸ 4,14,000 ਸੀਗਾ ਮਾਰਚ 2020 ਉਹ ਵੱਧ ਕੇ 4,44,000 ਹੋ ਗਿਆ ਜਿਹੜੇ ਕਿ ਆਲਮੋਸਟ 7% ਦੀ ਇਨਕਰੀਜ਼ ਆਈ ਹੈ। ਜੇ ਆਪਾਂ ਡਿਟੈਚ ਹੋਮ ਦੀ ਗੱਲ ਕਰੀਏ ਤਾਂ ਉਹ 5,16,000 ਤੇ ਪਹੁੰਚ ਗਿਆ ਜਿਹੜਾ ਕਿ ਐਵਰੇਜ ਅਰਾਊਂਡ 10% ਦੀ ਇਨਕਰੀਜ਼ ਦੇਖੀ ਗਈ ਹੈ। ਠੀਕ ਹੈ। ਔਰ ਇਸੇ ਤਰ੍ਹਾਂ ਸੈਮੀ ਡਿਟੈਚ ਜਾਂ ਤੁਸੀਂ ਟਾਊਨ ਹਾਊਸ ਵੀ ਲਾ ਲਓ ਉਹਨਾਂ ਵਿੱਚ ਵੀ ਇਨਕਰੀਜ਼ ਦੇਖੀ ਗਈ ਹੈ। ਲੇਕਿਨ ਅਜੇ ਵੀ ਜਿਹੜੀ ਕੋਂਡੋ ਮਾਰਕੀਟ ਹੈ ਕੈਲਗਰੀ ਦੀ ਉਹਦੇ ਵਿੱਚ ਜਿਹੜੀ ਨੈਟ ਇਨਕਰੀਜ਼ ਸਿਰਫ 1% ਆਈ ਹੈ ਜਿਹੜਾ ਅਜੇ ਵੀ ਹਿਸਟੋਰੀਕਲ ਹਾਈਜ਼ ਜਿਹੜੀਆਂ 2014 ਵਿੱਚ ਸੀਗੀਆਂ ਉਹਦੇ ਤੋਂ ਅੱਜ ਵੀ ਜਿਹੜੀਆਂ ਨੇ ਉਹ 14% ਡਾਊਨ ਨੇ ਪ੍ਰਾਈਸਿਸ ਕੋਂਡੋਮੀਨੀਅਮ ਦੇ ਜਿਨ੍ਹਾਂ ਨੂੰ ਆਪਾਂ ਅਪਾਰਟਮੈਂਟ ਕਹਿ ਦਿੰਦੇ ਹਾਂ। ਠੀਕ ਹੈ। ਲੇਕਿਨ ਇਸ ਤੋਂ ਇਲਾਵਾ ਜਿਹੜੀਆਂ ਚੰਗੀਆਂ ਖਬਰਾਂ ਅਲਬਰਟਾ ਦੀਆਂ ਆ ਰਹੀਆਂ ਨੇ ਉਹਦੇ ਵਿੱਚ ਇਸ ਤੋਂ ਪਹਿਲਾਂ ਵੀ ਇੱਕ ਰਿਪੋਰਟ ਆਈ ਸੀ ਕਿ ਜਿਹੜੀਆਂ ਫੈਬਰਰੀ ਦੇ ਜਿਹੜੇ ਅਨਐਮਪਲਾਇਮੈਂਟ ਰੇਟ ਸੀਗੇ ਜੀ ਉਹ ਫਸਟ ਟਾਈਮ ਅਲਬਰਟਾ ਦੇ ਸਿੰਗਲ ਡਿਜਿਟ 'ਚ ਆ ਗਏ। ਜਨਵਰੀ ਦੇ ਵਿੱਚ ਜਿਹੜੇ 10.7 ਸੀ ਉਹ ਘਟ ਕੇ 9.9 ਆ ਗਏ ਨੇ। ਔਰ ਜਿਹੜੀ ਸੈਕੰਡ ਸਭ ਤੋਂ ਵਧੀਆ ਜਿਹੜੀ ਨਿਊਜ਼ ਅਲਬਰਟਾ ਵਿੱਚ ਆਈ ਆ ਉਹ ਹੈ ਕਿ ਫੈਬਰਰੀ ਦੇ ਵਿੱਚ ਲਗਭਗ 17,000 ਦੇ ਕਰੀਬ ਫੁੱਲ ਟਾਈਮ ਜਿਹੜੀਆਂ ਨਵੀਆਂ ਪੋਜੀਸ਼ਨਸ ਕ੍ਰੀਏਟ ਕੀਤੀਆਂ ਨੇ ਜਿਹੜਾ ਕਿ ਇੱਕ ਬਹੁਤ ਵਧੀਆ ਸਾਈਨ ਹੈ ਵਿੱਚ ਦਾ ਬੈਸਟ ਈਅਰ ਇਨ ਈਅਰ ਜੇ ਆਪਾਂ ਲਾਸਟ ਈਅਰ ਤੋਂ ਲਾਈਏ ਤਾਂ ਹੁਣ ਤੱਕ ਦਾ ਸਭ ਤੋਂ ਪ੍ਰੋਮਿਸਿੰਗ ਮੰਥ ਗਿਣਿਆ ਜਾਂਦਾ ਫੈਬਰਰੀ। ਅਜੇ ਤੱਕ ਮਾਰਚ ਦੀਆਂ ਫਿਗਰਸ ਨਹੀਂ ਆਈਆਂ। ਬਿਲਕੁਲ ਠੀਕ ਹੈ ਜੀ। ਤੇ ਜੇ ਆਪਾਂ ਕੈਲਗਰੀ ਦੀ ਗੱਲ ਕਰੀਏ ਕੈਲਗਰੀ ਅੱਜ ਵੀ ਜਿਹੜਾ ਵਾ ਡਬਲ ਡਿਜਿਟ ਵਿੱਚ ਹੈ ਜੀ। ਲੇਕਿਨ ਪ੍ਰੀ ਪੈਂਡੈਮਿਕ ਲੈਵਲ ਤੋਂ ਪਹਿਲਾਂ ਜਿਹੜੀ ਅਨਐਮਪਲਾਇਮੈਂਟ ਸੀ 7.6 ਸੀ ਅੱਜ ਵੀ ਜਿਹੜਾ ਕੈਲਗਰੀ 10.7 ਤੇ ਬੈਠੇ ਹੋਏ ਆ ਆਪਾਂ। ਪਰ ਲੇਕਿਨ ਫਿਰ ਵੀ ਇੱਕ ਆਪਟੀਮਿਜ਼ਮ ਜਿਹੜਾ ਮਾਰਕੀਟ ਦੇ ਵਿੱਚ ਆ ਰਿਹਾ ਵਾ ਕਿ ਅਲਬਰਟਾ ਇਜ਼ ਗੋਇੰਗ ਟੂ ਬੀ ਏ ਗੁੱਡ ਇਨਵੈਸਟਮੈਂਟ ਮਾਰਕੀਟ ਨੋਟ ਫॉर द ਇਨਵੈਸਟਰ ਬਟ ਫॉर द ਫਸਟ ਟਾਈਮ ਹੋਮ ਬਾਇਰਸ ਐਜ਼ ਵੈਲ। ਤੇ ਜਤਿੰਦਰ ਜੀ ਇੱਥੇ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੂੰਗਾ ਕਿ ਅਸੀਂ ਜਿੱਦਾਂ ਤੁਸੀਂ ਕੈਲਗਰੀ ਦੇ ਫਿਗਰਸ ਦਿੱਤੇ ਔਰ ਫਿਗਰਸ ਬੜੇ ਇਨਕਰੇਜਿੰਗ ਆ ਜੀ, ਅੱਛਾ ਸਾਈਨ ਆ ਕਿਉਂਕਿ ਰੀਅਲ ਐਸਟੇਟ ਇੱਕ ਐਸੀ ਇੰਡਸਟਰੀ ਹੈਗੀ ਆ ਜਿਹਦੇ ਕਰਕੇ ਜਿਹੜੇ ਰਬ ਆਫ ਫੈਕਟਰ ਦੂਜੀਆਂ ਇੰਡਸਟਰੀਜ਼ ਤੇ ਬਹੁਤ ਪੈਂਦਾ ਜੀ। ਤੇ ਪਰ ਕੀ ਇਹ ਸਿਰਫ ਕੈਲਗਰੀ ਸਪੈਸੀਫਿਕ ਹੀ ਹੈਗਾ ਕਿ ਅਗਰ ਅਸੀਂ ਓਵਰਆਲ ਅਲਬਰਟਾ ਦੀ ਗੱਲ ਕਰੀਏ ਤੇ ਜਿੱਦਾਂ ਐਡਮਿੰਟਨ ਹੋ ਗਿਆ ਜਾਂ ਜਿਹੜੇ ਸੈਟੇਲਾਈਟ ਟਾਊਨਸ ਨੇ ਜਿੱਦਾਂ ਆਪਾਂ ਆਲੇ ਦੁਆਲੇ ਗੱਲ ਕਰੀਏ ਏਡਰੀ ਹੋ ਗਿਆ ਜਾਂ ਓਕੋਟੋਕਸ ਹੋ ਗਿਆ ਲੈਥਬ੍ਰਿਜ ਹੋ ਗਿਆ ਉੱਥੇ ਕੀ ਪੋਜੀਸ਼ਨ ਚੱਲ ਰਹੀ? ਬਿਲਕੁਲ ਢਿੱਲੋਂ ਸਾਹਿਬ ਇਹ ਜਿਹੜਾ ਤੁਸੀਂ ਇਹਨੂੰ ਜਿਹੜੀ ਇਨਕਰੇਜਿੰਗ ਫਿਗਰਸ ਆ ਰਹੀਆਂ ਨੇ ਇਕੱਲੀਆਂ ਕੈਲਗਰੀ ਦੀਆਂ ਨਹੀਂ ਐਡਮਿੰਟਨ ਜਾਂ ਸਬ ਅਰਬਨਸ ਜਿਵੇਂ ਤੁਸੀਂ ਨਾਂ ਲਿਆ ਵਾ ਜਾਂ ਆਪਾਂ ਕੈਲਗਰੀ ਕਰੀਏ ਤਾਂ ਆਪਾਂ ਸਬ ਅਰਬਨ ਚੈਸਟਰਮੇਅਰ ਨੂੰ ਕਹਿ ਸਕਦੇ ਹਾਂ, ਏਡਰੀ ਨੂੰ ਕਹਿ ਸਕਦੇ ਹਾਂ ਜਾਂ ਆਪਾਂ ਥੋੜਾ ਸਾਊਥ ਜਾਈਏ ਤਾਂ ਓਕੋਟੋਕ ਹੈ। ਬਿਲਕੁਲ ਇਹ ਟ੍ਰੈਂਡ ਸਾਰੀ ਜਗ੍ਹਾ ਤੇ ਆ ਰਿਹਾ ਜੀ। ਈਵਨ ਇਕੱਲਾ ਅਰਬਨ ਸਬ ਅਰਬਨ 'ਚ ਨਹੀਂ ਆ ਰਿਹਾ। ਤੁਹਾਨੂੰ ਮੈਂ ਤੁਹਾਡੀ ਨੌਲੇਜ ਵੱਲ ਦੱਸਣਾ ਚਾਹਾਂਗਾ ਕਿ ਜਿਹੜਾ ਰੀਕ੍ਰੀਏਸ਼ਨ ਜਾਂ ਕਾਟੇਜ ਹਾਊਸਿਸ ਨੇ
ਉਹਨਾਂ ਵਿੱਚ ਵੀ ਅਲਬਰਟਾ ਦੇ ਵਿੱਚ ਜਿਹੜਾ ਇਸ ਸਾਲ ਦੀ ਪ੍ਰੈਡਿਕਸ਼ਨ ਆਈ ਹੈ ਕਿ 9% ਜਿਹੜਾ ਵਾ ਐਪਰੀਸੀਏਸ਼ਨ ਹੋਏਗੀ ਉਹਨਾਂ ਦੇ ਵਿੱਚ। ਅੱਛਾ ਜੀ। ਜਿਹੜੀ ਕਾਟੇਜ ਐਂਡ ਰੀਕ੍ਰੀਏਸ਼ਨ ਪ੍ਰਾਪਰਟੀਆਂ ਹੈਗੀਆਂ ਨੇ। ਠੀਕ ਹੈ। ਸੋ ਇਹ ਜਿਹੜਾ ਐਂਥੂਸੀਜ਼ਮ ਹੈਗਾ ਇਹ ਆਲ ਓਵਰ ਅਲਬਰਟਾ ਵੇਖਿਆ ਜਾ ਰਿਹਾ। ਉਹਦਾ ਇੱਕ ਰੀਜ਼ਨ ਇਹ ਹੈਗਾ ਵਾ ਕਿ ਅਲਬਰਟਾ ਵਿੱਚ ਤੁਸੀਂ ਦੇਖ ਰਹੇ ਹੋ ਜਿਹੜਾ ਆਇਲ ਪ੍ਰਾਈਸ ਨੇ ਉਹ 54 ਤੱਕ ਟੱਚ ਕਰ ਗਿਆ, ਜਿਹਨੂੰ ਆਪਾਂ ਕੈਨੇਡੀਅਨ ਕਾਫੀ ਅੱਛੀ ਮੈਂ ਕਹਾਂਗਾ ਕਿ ਜੇ ਆਪਾਂ ਪਿਛਲੇ 3-4 ਸਾਲ 5 ਸਾਲ ਦੇਖੀਏ ਉਹਦੇ ਕੰਪੈਰੀਜ਼ਨ ਦੇ ਵਿੱਚ ਕਾਫੀ ਲੰਬਾ ਇਹ ਪੀਰੀਅਡ ਜਿਹੜਾ ਇਹ ਖਿੱਚ ਗਿਆ ਜੀ। ਬਿਲਕੁਲ ਜੀ। ਜਦੋਂ ਤੋਂ 2014 ਵਿੱਚ ਤੁਹਾਨੂੰ ਯਾਦ ਹੋਊਗਾ ਆਇਲ ਪ੍ਰਾਈਸ ਦੀ ਕ੍ਰੈਸ਼ ਆਇਆ ਸੀਗਾ, ਉਹ ਤੋਂ ਲੈ ਕੇ ਅਸੀਂ ਡਾਊਨ ਹੀ ਡਾਊਨ ਜਾਂਦੇ ਰਹੇ ਦੇਖਿਆ ਜੀ। ਔਰ ਉਹਦਾ ਜਿਹੜਾ ਇੰਪੈਕਟ ਆ ਉਹ ਸਾਰਿਆਂ ਉੱਤੇ ਪਿਆ ਵਾ, ਚਾਹੇ ਉਹ ਜੌਬਸ ਨੇ, ਚਾਹੇ ਉਹ ਰੀਅਲ ਸਟੇਟ ਹੈ, ਚਾਹੇ ਉਹ ਇਨਵੈਸਟਮੈਂਟ ਵੀ ਅਗਰ ਦੇਖ ਲਈਏ ਜੀ ਕੋਈ ਕਾਰਪੋਰੇਟ ਲੈਵਲ ਦੇ ਉੱਤੇ ਕੋਈ ਲੰਬੀ ਚੌੜੀ ਇਨਵੈਸਟਮੈਂਟ ਅਸੀਂ ਦੇਖਣ ਨੂੰ ਆਈ। ਬਿਲਕੁਲ ਬਿਲਕੁਲ ਜੀ। ਉਹਨਾਂ ਨੂੰ ਆਪਣੇ ਆਪਰੇਸ਼ਨ ਨੂੰ ਹੀ ਕਾਉਂਟੀ ਕਰਨਾ ਉਹਨਾਂ ਲਈ ਡਿਫਿਕਲਟ ਹੋਇਆ ਸੀਗਾ ਕਿਉਂਕਿ ਆਇਲ ਦੇ ਪ੍ਰਾਈਸਿਸ ਦੇ ਵਿੱਚ ਉਹਨਾਂ ਨੂੰ ਕੋਈ ਜ਼ਿਆਦਾ ਪ੍ਰੋਫਿਟਸ ਨਹੀਂ ਸੀ ਆ ਰਹੇ, ਜਿਹਦੇ ਕਰਕੇ ਉਹਨਾਂ ਨੂੰ ਆਪਰੇਸ਼ਨਸ ਨੂੰ ਕੰਟੀਨਿਊ ਕਰਨ ਵਾਸਤੇ ਬੜੀ ਮੁਸ਼ਕਲ ਆ ਰਹੀ ਸੀਗੀ। ਸੋ ਇਟਸ ਗੁੱਡ ਸਾਈਨ। ਇਸ ਤੋਂ ਇਲਾਵਾ ਤੁਹਾਨੂੰ ਮੈਂ ਹੋਰ ਦੱਸ ਦਿੰਦਾ ਜੀ ਅਲਬਰਟਾ ਜਿਹੜੀ ਇਸ ਸਾਲ ਦੇ ਵੀਟ ਪ੍ਰਾਈਸਿਸ ਨੇ, ਫਾਰਮਰ ਵੀ ਬਹੁਤ ਖੁਸ਼ ਨੇ ਅਲਬਰਟਾ ਦੇ ਵਿੱਚ। ਈਵਨ ਕੈਟਲ ਦਾ ਬਿਜ਼ਨਸ ਹੈ ਉਹਦੇ ਵਿੱਚ ਵੀ ਕਾਫੀ ਗੇਨ ਹੋਇਆ। ਸੋ ਇਹ ਇੱਕ ਤਰ੍ਹਾਂ ਦਾ ਬਹੁਤ ਵਧੀਆ ਜਿਹੜੇ ਸਾਇੰਸ ਨੇ ਗੁੱਡ ਫੈਕਟਰ ਚੱਲ ਰਿਹਾ ਜੀ। ਸੋ ਮਤਲਬ ਇਹਦਾ ਮਤਲਬ ਇਹ ਹੈ ਕਿ ਜਿਹੜੇ ਲੋਕ ਅੱਜ ਵੀ ਦੂਜੀਆਂ ਪ੍ਰੋਵਿੰਸ ਤੋਂ ਇਹ ਸੋਚ ਰਹੇ ਨੇ ਅਲਬਰਟਾ ਵੱਲ ਨੂੰ, ਤਾਂ ਉਹਨਾਂ ਲਈ ਇਹ ਬਹੁਤ ਵਧੀਆ ਟਾਈਮ ਹੈ ਕਿ ਉਹ ਜੇ ਉਹ ਉੱਥੇ ਘਰ ਨਹੀਂ ਲੈ ਸਕੇ, ਦੇ ਆਰ ਥਿੰਕਿੰਗ ਟੂ ਮੂਵਿੰਗ ਟੂ ਅਲਬਰਟਾ, ਤਾਂ ਉਹਨਾਂ ਲਈ ਇਹ ਬੈਸਟ ਟਾਈਮ ਹੈ ਕਿਉਂਕਿ ਅੱਜ ਵੀ ਜਿਹੜੀ ਅਫੋਰਡੇਬਿਲਟੀ ਹੈ ਅਲਬਰਟਾ ਦੀ ਜਾਂ ਕੈਲਗਰੀ ਜਾਂ ਐਡਮਿੰਟਨ ਦੋਨਾਂ ਸ਼ਹਿਰਾਂ ਦੀ ਆਪਾਂ ਲੈ ਲਈਏ, ਦੇ ਆਰ ਵਨ ਆਫ ਦਾ ਬੈਸਟ ਅਫੋਰਡੇਬਲ ਸਿਟੀਜ਼ ਇਨ ਦਾ ਕੈਨੇਡਾ। ਦੇਖੋ ਚੀਮਾ ਸਾਹਿਬ ਤੁਸੀਂ ਬਹੁਤ ਵਧੀਆ ਪੁਆਇੰਟ ਰੇਜ਼ ਕੀਤਾ। ਜਿਸ ਤਰ੍ਹਾਂ ਆਪਾਂ ਹੁਣ ਦੇਖਦੇ ਹਾਂ ਕਿ ਕਿਹਾ ਜਾਂਦਾ ਆ ਕਿ ਜਿਹੜਾ ਟੋਰਾਂਟੋ ਆ ਉਹ ਨਾਰਥ ਅਮਰੀਕਾ ਦੇ ਪੁਆਇੰਟ ਆਫ ਵਿਊ ਨਾਲ ਇੱਕ ਨੰਬਰ 2 ਦਾ ਫਾਈਨੈਂਸ਼ੀਅਲ ਕੈਪੀਟਲ ਬਣ ਗਿਆ ਜੀ, ਤੇ ਉਹਦਾ ਕੰਪੈਰੀਜ਼ਨ ਕਿਤੇ ਨਾ ਕਿਤੇ ਨਿਊਯਾਰਕ ਨਾਲ ਹੁੰਦਾ ਹੈ ਜੀ। ਸੋ ਤੁਸੀਂ ਇਸ ਤੋਂ ਸੈਟੀਸਫਾਈਡ ਹੋ ਜਾਂ ਤੁਸੀਂ ਕੀ ਕਹਿਣਾ ਚਾਹੋਗੇ ਵੀ ਕੰਪੈਰੀਜ਼ਨ ਹੋ ਸਕਦਾ ਆ ਬਿਟਵੀਨ ਟੋਰਾਂਟੋ ਐਜ਼ ਅ ਫਾਈਨੈਂਸ਼ੀਅਲ ਹੱਬ ਤੇ ਦੂਜੇ ਪਾਸੇ ਨਿਊਯਾਰਕ ਦਾ ਹੋਣਾ? ਢਿੱਲੋਂ ਸਾਹਿਬ ਦੇਖੋ, ਜੇ ਆਪਾਂ ਟੋਰਾਂਟੋ ਨੂੰ ਨੋ ਡਾਊਟ ਕਿ ਟੋਰਾਂਟੋ ਅੱਜ ਨਾਰਥ ਅਮਰੀਕਾ ਦਾ ਸੈਕੰਡ ਬਿਗੇਸਟ ਫਾਈਨੈਂਸ਼ੀਅਲ ਹੱਬ ਬਣ ਚੁੱਕਾ ਵਾ ਆਫਟਰ ਨਿਊਯਾਰਕ ਜੀ। ਲੇਕਿਨ ਜੇ ਤੁਸੀਂ ਕੰਪੈਰੀਜ਼ਨ ਕਰੀਏ ਆਪਾਂ ਟੋਰਾਂਟੋ ਦਾ ਨਿਊਯਾਰਕ ਨਾਲ, ਤਾਂ ਜੇ ਆਪਾਂ GDP ਦੇਖੀਏ ਟੋਰਾਂਟੋ ਦੀ GDP ਹੈ ਦੈਟ ਇਜ਼ ਇਕੁਇਵਲੈਂਟ ਟੂ ਡੈਟਰੋਇਟ। ਅੱਛਾ ਜੀ। ਜਿਹੜਾ ਡੈਟਰੋਇਟ ਹੈ, ਠੀਕ ਹੈ ਜੀ। ਔਰ ਜਿਹੜੀ ਨਿਊਯਾਰਕ ਦੀ ਅਗਰ ਤੁਸੀਂ GDP ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਜਿਹੜੀ ਨਿਊਯਾਰਕ ਦੀ GDP ਇਜ਼ ਇਕੁਇਵਲੈਂਟ ਟੂ ਕੈਨੇਡਾ GDP। ਅੱਛਾ, ਟੋਟਲ ਤੁਸੀਂ ਇੱਥੋਂ ਸਾਈਜ਼ ਲਾ ਸਕਦੇ ਹੋ ਵੀ ਕਿੰਨਾ ਡਿਫਰੈਂਸ ਹੈਗਾ ਇਕਨੋਮਿਕ। ਜਿਹੜਾ ਅਗਰ ਅਸੀਂ ਟਰਨਓਵਰ ਆਫ ਬਿਜ਼ਨਸ ਦੇਖੀਏ, ਜਿਹੜਾ ਤੁਸੀਂ GDP ਦੀ ਗੱਲ ਕਰ ਰਹੇ ਹੋ ਤਾਂ ਜਿਹੜਾ ਗ੍ਰੋਸ ਡੋਮੈਸਟਿਕ ਪ੍ਰੋਡਕਟ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਤੇ ਉਹਦਾ ਜਦੋਂ ਤੁਸੀਂ ਕੰਪੈਰੀਜ਼ਨ ਕਰਦੇ ਹੋ ਮਾਰਕੀਟ ਸਾਈਜ਼ ਵਾਈਜ਼ ਜਿਹੜਾ ਆ ਉਹ ਕੋਈ ਕੰਪੈਰੀਜ਼ਨ ਨਹੀਂ ਬਣਦਾ। ਕੋਈ ਕੰਪੈਰੀਜ਼ਨ ਨਹੀਂ ਬਣਦਾ। ਉਹ ਜ਼ਰੂਰ ਅਸੀਂ ਕਹਿ ਦਿੰਦੇ ਹਾਂ ਵੀ ਟੋਰਾਂਟੋ ਇਜ਼ ਗੋਇੰਗ ਟੂ ਬੀ ਅਨਦਰ ਨਿਊਯਾਰਕ ਫॉर ਕੈਨੇਡਾ, ਪਰ ਲੇਕਿਨ ਜੇ ਕੰਪੈਰੀਜ਼ਨ ਰੀਅਲ ਟਰਮ 'ਚ ਕਰੀਏ ਤੇ ਬਹੁਤ ਵੱਡਾ ਗੈਪ ਹੈਗਾ ਵਾ। ਪਰ ਜੇ ਅਫੋਰਡੇਬਿਲਟੀ ਦੀ ਗੱਲ ਕਰੀਏ, ਮੈਂ ਢਿੱਲੋਂ ਸਾਹਿਬ ਇੱਕ ਤੁਹਾਨੂੰ ਹੋਰ ਆਪਾਂ ਜਿਵੇਂ ਗੱਲ ਕਰ ਰਹੇ ਸੀ ਕੈਲਗਰੀ ਬੀਇੰਗ ਅਫੋਰਡੇਬਲ ਸਿਟੀ, ਇੱਕ ਬੜੀ ਵਧੀਆ ਰਿਪੋਰਟ ਆਈ ਹੈ ਅਫੋਰਡੇਬਿਲਟੀ ਉੱਤੇ, ਜਿਹਦੇ ਵਿੱਚ ਉਹਨਾਂ 2 ਮੇਜਰ ਸਿਟੀਜ਼ ਜਿਵੇਂ ਵੈਨਕੂਵਰ ਔਰ ਟੋਰਾਂਟੋ ਨੂੰ ਸਿਲੈਕਟ ਕੀਤਾ ਸੀਗਾ। ਉਹਦੇ ਵਿੱਚ ਜਿਹੜੇ ਨਵੀਆਂ ਜਿਹੜੀਆਂ ਫਿਗਰਸ ਆਈਆਂ ਨੇ ਉਹ ਬੜੀਆਂ ਹੈਰਾਨ ਕਰਨ ਵਾਲੀਆਂ ਨੇ ਵੀ ਉਹ ਹਾਊ ਅਨਅਫੋਰਡੇਬਲ ਦੋ ਸਿਟੀਜ਼ ਆਰ ਨਾਓ। ਉਹਦੇ ਵਿੱਚ ਜਿਵੇਂ ਆਪਾਂ ਪਿਛਲੇ ਪ੍ਰੋਗਰਾਮ 'ਚ ਕਿਹਾ ਸੀ ਕਿ ਵੀ RBC ਨੇ ਇੱਕ ਮਾਡਲ ਪੇਸ਼ ਕੀਤਾ ਜਿਹਦੇ ਵਿੱਚ ਆਪਾਂ ਗੱਲ ਕੀਤੀ ਸੀ ਵਰਸਟ ਸਿਨੈਰੀਓ, ਠੀਕ ਹੈ ਜੀ, ਜਿਹਦੇ ਵਿੱਚ 30% ਅਗਰ ਪ੍ਰਾਈਸ ਕ੍ਰੈਸ਼ ਕਰ ਜਾਂਦੇ ਆ। ਲੇਕਿਨ ਇਹਨਾਂ 2 ਸਿਟੀਜ਼ ਦੀ ਅਨਅਫੋਰਡੇਬਿਲਟੀ ਇੱਥੋਂ ਇਸ ਸਟੇਜ ਤੇ ਪਹੁੰਚ ਚੁੱਕੀ ਹੈ ਕਿ ਅਗਰ 30% ਵੀ ਅੱਜ ਪ੍ਰਾਈਸ ਕ੍ਰੈਸ਼ ਕਰ ਜਾਂਦੇ ਆ, ਦੇ ਆਰ ਸਟਿਲ ਅਨਅਫੋਰਡੇਬਲ ਫॉर ਦਾ ਫਸਟ ਟਾਈਮ ਹੋਮ ਬਾਇਰਸ। ਸੋ ਜੋ ਤੁਹਾਡਾ ਜਦੋਂ ਕ੍ਰੈਸ਼ ਦੀ ਗੱਲ ਕਰ ਰਹੇ ਹੋ ਕਿ ਜੋ ਪ੍ਰੈਜ਼ੈਂਟ ਲੈਵਲ ਹੈਗਾ ਪ੍ਰਾਈਸ ਦਾ ਕਿਸੇ ਵੀ ਪ੍ਰਾਪਰਟੀ ਦਾ, ਉਹਦੇ ਤੋਂ ਅਗਰ 30 ਜਾਂ 35% ਡ੍ਰੌਪ ਵੀ ਆ ਜਾਏ, ਇਸ ਦੇ ਬਾਵਜੂਦ ਉਹ ਪ੍ਰਾਪਰਟੀਆਂ ਜਿਹੜੀਆਂ ਨੇ ਅਨਅਫੋਰਡੇਬਲ ਹੈ। ਬਿਲਕੁਲ ਜੀ। ਉਹ ਸਟੱਡੀ ਦੇ ਵਿੱਚ ਉਹਨਾਂ ਨੇ ਢਿੱਲੋਂ ਸਾਹਿਬ ਕੀ ਕੀਤਾ, ਉਹਨਾਂ ਨੇ ਇੱਕ ਮੀਡੀਅਨ ਇਨਕਮ ਲਈ ਹੈ 25 ਤੋਂ 35 ਸਾਲ ਦਾ ਜਿਹੜਾ ਏਜ ਗਰੁੱਪ ਹੈਗਾ ਵਾ, ਉਹਨਾਂ ਦੀ ਮੀਡੀਅਨ ਇਨਕਮ ਨੂੰ ਲੈ ਕੇ ਉਹਨਾਂ ਨੇ ਇੱਕ ਐਨਾਲਿਸਿਸ ਕੀਤਾ। ਉਹਨਾਂ ਨੇ ਜਿਹੜੇ ਰੀਅਲ ਏਸਟੇਟ ਬੋਰਡ ਨੇ ਵੈਨਕੂਵਰ ਔਰ ਟੋਰਾਂਟੋ ਦੇ, ਉਹਨਾਂ ਕੋਲ ਇੱਕ ਟਿਪੀਕਲ ਹੋਮ ਦੇ ਪ੍ਰਾਈਸ ਲਏ ਨੇ ਜੀ। ਉਹਦੇ ਉੱਤੇ ਬੇਸ ਦੇ ਉੱਤੇ ਉਹਨਾਂ ਨੇ ਇਹ ਡਾਟਾ ਕੱਢਿਆ ਕਿ ਜੇ ਮੰਨ ਲਓ ਇੱਕ ਮੀਡੀਅਨ ਇਨਕਮ ਦੀ 10% ਆਪਾਂ ਸੇਵਿੰਗ ਲੈ ਕੇ ਚੱਲਦੇ ਹਾਂ ਇੱਕ ਕਪਲ ਦੀ ਜੀ, ਠੀਕ ਹੈ ਜੀ, ਜਿਹਦੇ ਵਿੱਚ ਉਹਨਾਂ ਨੇ 25 ਸਾਲ ਦਾ ਐਮੋਰਟਾਈਜੇਸ਼ਨ ਪੀਰੀਅਡ ਲਿਆ ਵਾ, 2% ਰੇਟ ਆਫ ਇੰਟਰਸਟ ਲਿਆ ਵਾ ਮੋਰਟਗੇਜ ਦਾ, ਤਾਂ ਉਹਨਾਂ ਦਾ ਇਹ ਕਹਿਣਾ ਕਿ ਅਗਰ ਅੱਜ ਤੁਸੀਂ ਸੇਵਿੰਗ ਕਰਨੀ ਸ਼ੁਰੂ ਕਰਦੇ ਹੋ ਤਾਂ ਵੈਨਕੂਵਰ ਵਰਗੇ ਸ਼ਹਿਰ ਦੇ ਵਿੱਚ ਅਗਰ ਤੁਸੀਂ ਘਰ ਲੈਣਾ ਤਾਂ ਯੂ ਹੈਵ ਟੂ ਵੇਟ 26 ਈਅਰ। ਉਹ ਸਟੇਜ 'ਤੇ ਓਨਲੀ ਤੁਹਾਨੂੰ 26 ਸਾਲ ਲੱਗ ਜਾਣਗੇ ਡਾਊਨ ਪੇਮੈਂਟ ਇਕੱਠੀ ਕਰਦੇ ਹੋਇਆਂ ਨੂੰ। ਔਰ ਜਿਵੇਂ ਆਪਾਂ ਕਹਿੰਦੇ ਕਿ ਫਸਟ ਟਾਈਮ ਹੋਮ ਬਾਇਰ ਮਾਰਕੀਟ 'ਚ ਵੈਨਕੂਵਰ ਦੇ ਵਿੱਚ ਇਹ ਸਟੇਜ 'ਤੇ ਅਸੀਂ ਪਹੁੰਚ ਚੁੱਕੇ ਹਾਂ ਕਿ ਜਦੋਂ ਆਪਾਂ ਫਸਟ ਟਾਈਮ ਹੋਮ ਬਾਇਰ ਤਾਂ ਵਹੀ ਸਾਡੇ ਮਨ 'ਚ ਫਿਗਰ ਆਉਂਦੀ ਕਿ ਮੇ ਬੀ ਇਨ ਦਾ ਅਰਲੀ 20s ਜੀ,
ਲੇਕਿਨ ਵੈਨਕੂਵਰ ਦੇ ਵਿੱਚ ਜਿਹੜੀ ਐਵਰੇਜ ਏਜ ਆ ਫਸਟ ਟਾਈਮ ਹੋਮ ਬਾਇਰ ਦੀ ਦੈਟ ਮੋਸਟ ਆਫ them ਦੇ ਆਰ ਆਲਰੇਡੀ ਕ੍ਰੋਸ 40 ਇਅਰਸ। ਠੀਕ ਹੈ। ਸੋ ਅਗਰ ਅਸੀਂ ਕੰਪੈਰੀਜ਼ਨ ਕਰੀਏ ਟੋਰਾਂਟੋ ਦਾ, ਤਾਂ ਟੋਰਾਂਟੋ ਵਿੱਚ ਅੱਜ ਦੀ ਸਟੇਜ ਵਿੱਚ ਜਿਹੜੀ ਅਫੋਰਡੇਬਿਲਟੀ ਆ ਉਹਨਾਂ ਨੂੰ 11 ਸਾਲ ਲੱਗ ਜਾਣਗੇ ਡਾਊਨ ਪੇਮੈਂਟ ਨੂੰ ਇਕੱਠਿਆਂ ਕਰਦਿਆਂ ਹੋਇਆਂ ਘਰ ਖਰੀਦਣ ਵਾਸਤੇ। ਇੱਕ ਟਿਪੀਕਲ ਹੋਮ ਦੀ ਗੱਲ ਕਰ ਰਿਹਾ ਮੈਂ, ਡਿਟੈਚ ਹੋਮ ਦੀ ਗੱਲ ਨਹੀਂ ਕਰ ਰਿਹਾ, ਸਿੰਗਲ ਫੈਮਿਲੀ ਦੀ, ਇੱਕ ਟਿਪੀਕਲ ਹੋਮ ਦੀ ਗੱਲ ਕਰ ਰਿਹਾ ਵਾਂ। ਔਰ ਅਗਰ 30% ਕਰੈਸ਼ ਹੁੰਦਾ ਮਾਰਕੀਟ, ਜਿਵੇਂ ਮੈਂ ਤੁਹਾਨੂੰ ਕਿਹਾ ਸੀ ਵੀ RBC ਦਾ ਮਾਡਲ ਹੈ, ਤਾਂ ਸਟਿਲ ਵੈਨਕੂਵਰ ਦੇ ਵਿੱਚ ਜਿਹੜਾ ਵਾ 11 ਸਾਲ ਲੱਗ ਜਾਣਗੇ ਡਾਊਨ ਪੇਮੈਂਟ ਨੂੰ ਕਲੈਕਟ ਕਰਦਿਆਂ, ਸੇਵ ਕਰਦਿਆਂ ਤੁਸੀਂ ਘਰ ਲੈਣ ਵਾਸਤੇ। ਔਰ ਉਹ ਫਿਗਰ ਜਿਹੜੀ ਟੋਰਾਂਟੋ 'ਚ ਉਹ 8 ਸਾਲ ਹੈ। ਠੀਕ ਹੈ। ਔਰ ਸੈਕੰਡ ਚੀਜ਼ ਜਿਹੜੀ ਉਹ ਸਟੱਡੀ ਵਿੱਚ ਉਹਨਾਂ ਨੇ ਵੇਖੀ ਕਿ ਜੋ ਅੱਜ ਦੇ ਸਰਕਮਸਟੈਂਸਿਸ ਜੋ ਅੱਜ ਨਜ਼ਰ ਆ ਰਹੇ ਨੇ, ਉਹਦੇ ਵਿੱਚ ਉਹਨਾਂ ਦਾ ਇਹ ਕਹਿਣਾ ਵਾ ਕਿ ਅਗਰ ਤੁਸੀਂ ਜਿਹੜੇ ਅੱਜ ਦੇ ਪ੍ਰਾਈਸ ਨੇ ਤਾਂ ਤੁਹਾਨੂੰ ਇੱਕ 148,000 1,48,000 ਦੀ ਇਨਕਮ ਚਾਹੀਦੀ ਹੈ ਵੈਨਕੂਵਰ 'ਚ ਇੱਕ ਘਰ ਨੂੰ ਅਫੋਰਡ ਕਰਨ ਵਾਸਤੇ। ਔਰ 1,40,000 1,40,000 ਦੇ ਕਰੀਬ ਚਾਹੀਦੀ ਹੈ ਤੁਹਾਨੂੰ ਟੋਰਾਂਟੋ ਵਿੱਚ। ਔਰ ਅਗਰ 30% ਕਰੈਸ਼ ਹੁੰਦਾ ਵਾ ਤਾਂ 148,000 ਜਿਹੜਾ ਵੈਨਕੂਵਰ ਦੀ ਫਿਗਰ ਆ ਉਹ 180,000 ਤੇ ਆ ਜਾਏਗੀ। ਔਰ ਜਿਹੜੀ ਟੋਰਾਂਟੋ ਦੀ ਆ ਉਹ 1,06,000 ਦੀ, ਜਿਹੜੀ ਸਟਿਲ 15% ਹਾਇਰ ਹੈਗੀ ਹੈ ਇੱਕ ਮੀਡੀਅਨ ਇਨਕਮ ਤੋਂ। ਕੈਨੇਡਾ ਦੀ ਜਿਹੜੀ ਐਵਰੇਜ ਮੀਡੀਅਨ ਇਨਕਮ ਹੈ ਫੈਮਿਲੀ ਦੀ ਉਹ ਆਲਮੋਸਟ 89,000 ਦੇ ਕਰੀਬ ਹੈ। ਸਾਡੀ ਗੱਲਬਾਤ ਚੱਲ ਰਹੀ ਹੈ ਜੀ ਜਤਿੰਦਰ ਚੀਮਾ ਜੀ ਨਾਲ। ਇਹ ਰੀਅਲ ਸਟੇਟ ਦੇ ਵਿੱਚ ਇੱਥੇ ਬਹੁਤ ਜਾਣੇ ਮਾਣੇ ਨਾਂ ਨੇ। ਇਹ ਗੱਲਬਾਤ ਅਸੀਂ ਕੰਟੀਨਿਊ ਰੱਖਾਂਗੇ। ਰੁਕਦੇ ਹਾਂ ਜੀ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਵਾਸਤੇ। ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਕੈਲਗਰੀ ਫੋਕਸ ਦੇ ਵਿੱਚ। ਤੇ ਸਾਡੀ ਗੱਲ ਅੱਜ ਫਿਰ ਜਿਹੜੀ ਅਲਬਰਟਾ ਦੀ ਸਪੈਸੀਫਿਕਲੀ ਅਗਰ ਆਪਾਂ ਗੱਲ ਕਰੀਏ ਰੀਅਲ ਐਸਟੇਟ ਮਾਰਕੀਟ ਤੇ ਜਿਹੜਾ ਓਵਰਆਲ ਕੈਨੇਡਾ ਦਾ ਜੋ ਸਿਨੈਰੀਓ ਹੈ ਉਹਦਾ ਕੰਪੇਅਰ ਕੰਟਰਾਸਟ ਕਰਨ ਵਾਸਤੇ ਜਤਿੰਦਰ ਚੀਮਾ ਜੀ ਆਏ ਹੋਏ ਨੇ ਸਾਡੇ ਸਟੂਡੀਓ। ਚੀਮਾ ਸਾਹਿਬ, ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਰਹੇ ਸੀ ਜਿਹੜੀ ਅਫੋਰਡੇਬਿਲਿਟੀ ਨੂੰ ਲੈ ਕੇ। ਸੋ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਟ੍ਰੈਂਡ ਹੁਣ ਅਲਬਰਟਾ ਦੇ ਵਿੱਚ ਅਸੀਂ ਬੂਮ ਦੇਖ ਰਹੇ ਹਾਂ, ਉਹਦੇ ਵਿੱਚ ਜਿਹੜੇ ਸੈਟਲ ਹੋਏ ਨੇ ਟੋਰਾਂਟੋ ਦੇ ਵਿੱਚ, ਜਾਂ ਆਪਾਂ ਜਦੋਂ ਸਪੈਸੀਫਿਕਲੀ ਟੋਰਾਂਟੋ ਦਾ ਨਾਂ ਲੈਂਦੇ ਆ ਤੇ ਬੇਸਿਕਲੀ GTA ਆਪਾਂ ਮੰਨ ਕੇ ਚੱਲੀਏ, ਔਰ ਇੱਧਰ ਆਪਾਂ BC ਦੀ ਗੱਲ ਕਰੀਏ, ਤੇ ਉੱਥੋਂ ਜਿਹੜੀ ਟ੍ਰੈਫਿਕ ਹੁਣ ਅਲਬਰਟਾ ਵੱਲ ਨੂੰ ਉਹਨਾਂ ਨੇ ਰੁਖ ਕੀਤਾ ਹੋਇਆ ਜੀ, ਉਹ ਵੀ ਇੱਕ ਬਹੁਤ ਵੱਡਾ ਫੈਕਟਰ ਆ ਪ੍ਰਾਈਸਸ ਦੇ ਉੱਪਰ ਜਾਣ ਦੇ ਵਿੱਚ। ਦੇਖੋ ਢਿੱਲੋਂ ਸਾਹਿਬ, ਜੇ ਅੱਜ ਆਪਾਂ ਬੈਂਚਮਾਰਕ ਪ੍ਰਾਈਸ ਦੀ ਗੱਲ ਕਰੀਏ ਕੈਲਗਰੀ ਦੀ ਜਾਂ ਓਵਰਆਲ ਅਲਬਰਟਾ ਦੇ ਵੀ ਕਰ ਲਈਏ, ਤਾਂ ਆਪਣੇ ਪ੍ਰਾਈਸ ਅੱਜ ਵੀ 2014 ਦੇ ਲੈਵਲ ਤੋਂ ਥੱਲੇ ਨੇ। ਠੀਕ ਹੈ ਜੀ। ਜੇ ਆਪਾਂ ਵਾਪਸ ਜਾਈਏ ਰੀਅਲ ਸਟੇਟ ਦੇ ਜਿਹੜੀਆਂ ਸਟੈਟਿਸਟਿਕਸ ਹੈਗੇ ਨੇ, ਤਾਂ 2014 ਜਿਹੜੇ ਪ੍ਰਾਈਸ ਸੀ ਉਹ ਇੱਕ ਤਰ੍ਹਾਂ ਦਾ ਪੀਕ ਸੀਗਾ ਅਲਬਰਟਾ ਦਾ। ਠੀਕ ਹੈ ਜੀ। ਲੇਕਿਨ ਜਦੋਂ ਪ੍ਰਾਈਸ ਕ੍ਰੈਸ਼ ਹੋਏ ਉਸ ਤੋਂ ਬਾਅਦ ਲਗਾਤਾਰ ਹਰ ਸਾਲ 3 ਤੋਂ 4% ਜਿਹੜੀ ਆ ਪ੍ਰਾਪਰਟੀ ਦੇ ਪ੍ਰਾਈਸ ਡਿੱਗਦੇ ਗਏ। ਉਹ ਅੱਜ ਜਿਹੜਾ ਬੂਮ ਆਇਆ, ਆਪਾਂ ਨੂੰ ਇਹ ਲੱਗ ਰਿਹਾ ਵੀ ਬੂਮ ਹੈ, ਲੇਕਿਨ ਅਜੇ ਬੂਮ ਨਹੀਂ ਹੈਗਾ। ਇਹ ਇੱਕ ਤਰ੍ਹਾਂ ਦਾ ਆਪਾਂ ਉਸ ਪ੍ਰਾਈਸ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ। ਲੇਕਿਨ ਇਹਦਾ ਸਭ ਤੋਂ ਵੱਡਾ ਰੀਜ਼ਨ ਕੀ ਹੋ ਰਿਹਾ ਵਾ ਜਿਹੜਾ ਪ੍ਰਾਈਸ ਦੇ ਵਿੱਚ ਜੰਪ ਆ ਰਿਹਾ ਵਾ ਅਲਬਰਟਾ ਦੇ ਵਿੱਚ? ਉਹਦਾ ਕਾਰਨ ਹੈਗਾ ਵੀ ਰੀਸੇਲ ਦੇ ਵਿੱਚ ਜਿਹੜੀਆਂ ਲਿਸਟਿੰਗਸ ਨਹੀਂ ਆ ਰਹੀਆਂ। ਜਿਵੇਂ ਆਪਾਂ ਪਹਿਲਾਂ ਵੀ ਫਿਗਰ ਧੰਨਾ ਕੀਤੀਆਂ ਕਿ ਉਹਦੇ ਵਿੱਚ 147% ਦੀ ਮਾਰਚ 'ਚ ਦੇਖੀ ਗਈ ਆ, ਲੇਕਿਨ ਜੇ ਮਾਰਚ ਟੂ ਮਾਰਚ ਆਪਾਂ ਕੰਪੈਰੀਜ਼ਨ ਕਰੀਏ ਤਾਂ ਜਿਹੜਾ ਇਨਵੈਂਟਰੀ ਲੈਵਲ ਉਹ ਘਟ ਗਿਆ ਵਾ। ਠੀਕ ਹੈ ਜੀ। ਲੇਕਿਨ ਉਹਦੇ 'ਚ ਜਿਹੜੀ ਇੱਕ ਪੋਜ਼ਿਟਿਵ ਪੁਆਇੰਟ ਹੈਗਾ ਕਿ ਨਿਊ ਲਿਸਟਿੰਗਸ ਜਿਹੜੀਆਂ ਨੇ ਪਿਛਲੇ ਮਾਰਚ ਨਾਲੋਂ 82% ਵੱਧ ਗਈਆਂ ਨੇ। ਲੇਕਿਨ ਇਨਵੈਂਟਰੀ ਦੇ ਘਟਣ ਕਰਕੇ ਜਿਹੜਾ ਬਾਇਰ ਕੋਲ ਚੁਆਇਸ ਬਹੁਤ ਘੱਟ ਹੈ। ਜਦੋਂ ਬਾਇਰ ਕੋਲ ਚੁਆਇਸ ਘੱਟ ਹੁੰਦੀ ਹੈ ਤਾਂ ਨੈਚੁਰਲੀ ਜਿਹੜੀਆਂ ਜਦੋਂ ਕੋਈ ਵੀ ਪ੍ਰਾਪਰਟੀ ਆਉਂਦੀ ਹੈ, ਅਗਰ ਲਿਸਟਿੰਗ ਆਉਂਦੀ ਹੈ ਤਾਂ ਉਹਦੇ ਉੱਤੇ ਮੋਰ ਬਿਡਿੰਗਸ ਹੁੰਦੀਆਂ ਨੇ। ਠੀਕ ਹੈ ਜੀ। ਉਹ ਬੇਸਿਕਲੀ ਫਿਰ ਸੈਲਰਸ ਮਾਰਕੀਟ ਜਿਹੜੀ ਆ ਉਹ ਬਣ ਕੇ ਜਾਂਦੀ ਹੈ। ਪਰ ਜਿਹੜਾ ਤੁਸੀਂ ਬਾਰ-ਬਾਰ ਆਪਾਂ ਗੱਲ ਜ਼ਿਕਰ ਜਿਹੜਾ ਜੀ 2014 ਦਾ ਕਰਦੇ ਹਾਂ ਜੀ, ਕੀ ਉਦੋਂ ਦੀ ਜਿਹੜੀ ਪ੍ਰਾਈਸ ਸੀਗੀ ਜਿਹਨੂੰ ਅਸੀਂ ਬੈਂਚਮਾਰਕ ਲੈਂਦੇ ਆ, ਕੀ ਉਹ ਉਸ ਵੇਲੇ ਰੀਜ਼ਨੇਬਲ ਆਪਣੇ ਲੈਵਲ ਤੇ ਸੀਗੀ, ਜਾਂ ਉਹ ਵੀ ਇੱਕ ਇਸ ਤਰੀਕੇ ਦੇ ਬਬਲ ਦੀ ਵਜ੍ਹਾ ਨਾਲ ਉੱਥੇ ਤੱਕ ਪ੍ਰਾਈਸਸ ਗਈਆਂ? ਬਿਲਕੁਲ ਢਿੱਲੋਂ ਸਾਹਿਬ, ਉਹ ਵੀ ਇੱਕ ਤਰ੍ਹਾਂ ਦਾ ਉਦੋਂ ਰੀਜ਼ਨੇਬਲ ਨਹੀਂ ਸੀਗੇ। ਜੋ ਵੇਖੋ, ਜੇ ਤੁਸੀਂ 2000 ਤੋਂ ਲੈ ਕੇ ਅੱਜ ਤੱਕ ਦਾ 20 ਸਾਲ ਦੀ ਕੈਨੇਡਾ ਦੀ ਹਿਸਟਰੀ ਦੇਖੋ, ਤਾਂ ਇਹ ਕਿਹਾ ਜਾਂਦਾ ਕਿ ਜਿਹੜੇ ਘਰ ਹੈਗੇ ਨੇ ਉਹ 3 ਗੁਣਾ ਵੱਧ ਚੁੱਕੇ ਨੇ ਐਵਰੇਜ ਪ੍ਰਾਈਸ ਘਰਾਂ ਦੇ। ਲੇਕਿਨ ਕੀ ਆਪਾਂ 2000 ਦੀਆਂ ਜਿਹੜੀਆਂ ਵੇਜਿਸ ਨੇ ਐਵਰੇਜ, ਕੀ ਆਪਣੀਆਂ ਉਹ 3 ਗੁਣਾ ਵੱਧ ਗਈਆਂ ਕੰਪੈਰੀਜ਼ਨ ਦੇ ਵਿੱਚ ਨਹੀਂ ਹੋਈਆਂ? ਬਿਲਕੁਲ। ਸੋ ਇਹਦਾ ਮਤਲਬ ਇਹ ਹੈਗਾ ਵੀ ਜਿਹੜਾ ਰੀਅਲ ਸਟੇਟ ਦੀ ਜਿਹੜੀ ਗਰੋਥ ਹੈ ਤੁਹਾਡੀਆਂ ਵੇਜਿਸ ਤੋਂ ਜ਼ਿਆਦਾ ਵਾ। ਸੋ 2014 ਦੇ ਵਿੱਚ ਵੀ ਆਪਾਂ ਦੇਖਿਆ ਹੋਊਗਾ ਕੈਲਗਰੀ, ਜੇ ਤੁਹਾਨੂੰ ਯਾਦ ਹੋਏਗਾ ਕਿ ਜੇ ਕੋਈ ਘਰ ਲਿਸਟ ਆਉਂਦਾ ਸੀ ਤਾਂ ਰਿਐਲਟਰ ਨੂੰ ਸਾਈਨ ਬੋਰਡ ਲਾਉਣ ਦੀ ਵੀ ਜ਼ਰੂਰਤ ਨਹੀਂ ਸੀ ਪੈਂਦੀ, ਰਾਈਟ ਵੇ ਘਰੋਂ ਜਿਹੜਾ ਮਾਰਕੀਟ 'ਚ ਚਲੇ ਜਾਂਦਾ ਸੀਗਾ। ਦੀ ਆਵਾਜ਼ ਉਦੋਂ ਵੀ ਸੁਣੀ ਜਾਂਦੀ ਸੀਗੀ। ਹਾਂਜੀ। ਉਦੋਂ ਅਗਰ ਕੈਨੇਡਾ ਦੇ ਵਿੱਚ ਕੋਈ ਰੀਅਲ ਸਟੇਟ ਦੀ ਗੱਲ ਕੀਤੀ ਜਾਂਦੀ ਸੀ ਤਾਂ ਕੈਲਗਰੀ ਦੀ ਕੀਤੀ ਜਾਂਦੀ ਸੀ, ਕਿਉਂਕਿ ਉਦੋਂ
ਆਇਲ ਜਿਹੜਾ ਕਰੂਡ ਸੀ 120 ਤੇ ਪਹੁੰਚ ਚੁੱਕਾ ਸੀ, $120 ਤੇ। ਸੋ ਨੈਚੁਰਲੀ ਜਦੋਂ ਜ਼ਿਆਦਾ ਇੰਪਲੋਇਮੈਂਟ ਹੋਏਗੀ, ਪੀਪਲ ਮੂਵ ਟੂ ਦੈਟ ਸਿਟੀ। ਸੋ ਉਦੋਂ ਜਿਹੜੀ ਨੈਟ ਆਪਣੀ ਪਾਪੂਲੇਸ਼ਨ ਵੱਧ ਰਹੀ ਸੀ, ਜਿਹਦੇ ਕਰਕੇ ਡਿਮਾਂਡ ਸੀ, ਔਰ ਉਦੋਂ ਪ੍ਰਾਈਸ ਜਿਹੜੇ ਸੀ ਉਸ ਟਾਈਮ ਦੇ ਹਿਸਾਬ ਨਾਲ ਜ਼ਿਆਦਾ ਸੀਗੇ। ਤੇ ਜਿੱਦਾਂ ਹੁਣ ਅਸੀਂ ਅਗਰ ਓਵਰਆਲ ਗੱਲ ਕਰੀਏ ਚੀਮਾ ਸਾਹਿਬ, ਅਗਰ ਇਕਨੋਮਿਕਲੀ ਆਪਾਂ ਠੀਕ ਹੈ, ਅਨਇੰਪਲੋਇਮੈਂਟ ਰੇਟ ਅੱਜ ਜਿਹੜਾ ਹੈਗਾ ਆ ਉਹ ਅੱਛੇ ਉਹਦੇ ਇਨਕਰੇਜਿੰਗ ਸਾਈਨ ਆਏ ਆ, ਔਰ ਸ਼ਾਇਦ ਉਹਦਾ ਕਾਰਨ ਇਹ ਵੀ ਹੈਗਾ ਕਿ ਪਿੱਛੇ ਕਾਫੀ ਦੇਰ ਤੋਂ ਜਿਹੜੇ ਬਿਜ਼ਨੈਸਿਸ ਬਿਕੋਜ਼ ਆਫ ਲੋਕਡਾਊਨ ਜਾਂ ਵੇਰੀਅਸ ਰੀਜ਼ਨਸ ਕਰਕੇ ਲੇ ਆਫਸ ਹੋਈਆਂ ਸੀਗੀਆਂ, ਸ਼ਾਇਦ ਉਹ ਜੌਬਸ ਹੌਲੀ ਹੌਲੀ ਵਾਪਸ ਆਪਣੀ ਰੈਗੂਲਰ ਇੱਕ ਫਲੋ 'ਚ ਆ ਰਹੇ ਨੇ। ਪਰ ਜਿਸ ਤਰ੍ਹਾਂ ਹੁਣ ਥਰਡ ਵੇਵ ਫੇਰ ਸੁਣ 'ਚ ਆ ਰਿਹਾ ਕਿ ਜਿਸ ਤਰ੍ਹਾਂ ਆਪਾਂ ਅਗਰ ਓਨਟਾਰੀਓ ਦੀ ਗੱਲ ਕਰੀਏ ਔਰ ਟੋਰਾਂਟੋ ਸਪੈਸੀਫਿਕਲੀ, ਤੇ ਹਾਲਾਤ ਬਹੁਤ ਖਰਾਬ ਨੇ, ਔਰ ਡਰੱਗ ਫੋਰਡ ਨੇ ਬਹੁਤ ਸਟਰੋਂਗ ਸਟੈਪਸ ਉੱਥੇ ਲਿੱਤੇ ਨੇ ਇਸ ਪ੍ਰੋਬਲਮ ਨੂੰ ਕੰਟੇਨ ਕਰਨ ਲਈ, ਤੇ ਅਲਬਰਟਾ ਵੀ ਕੋਈ ਬਹੁਤ ਅੱਛੇ ਸਿਚੁਏਸ਼ਨ 'ਚ ਨਹੀਂ ਬੈਠਾ ਜੀ। ਤੇ ਜੇ ਅਸੀਂ ਇਸ ਨੂੰ ਇਹ ਲੈ ਕੇ ਚੱਲੀਏ ਵੀ ਜੇ ਕੋਈ ਲੰਬੀ ਚੌੜੀ ਕੋਰਪੋਰੇਟ ਇਨਵੈਸਟਮੈਂਟ ਅਲਬਰਟਾ 'ਚ ਨਹੀਂ ਆਈ ਜੀ, ਤੇ ਔਰ ਅਗਰ ਅਸੀਂ ਜੌਬ ਮਾਰਕੀਟ ਗੱਲ ਕਰੀਏ ਤੇ ਜੌਬ ਮਾਰਕੀਟ ਦੇ ਬਾਰੇ 'ਚ ਵੀ ਕਮੈਂਟ ਕਰਨਾ ਇਜ਼ ਟੂ ਅਰਲੀ, ਆਈ ਵਿਲ ਸੇ। ਇਹਨੂੰ ਬਹੁਤ ਜ਼ਿਆਦਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਬਹੁਤ ਹੀ ਜ਼ਿਆਦਾ ਅੱਜ ਅਸੀਂ ਕੌਨਫੀਡੈਂਸ ਨਾਲ ਗੱਲ ਕਰ ਸਕਦੇ ਹਾਂ ਕਿ ਜੀ ਸਭ ਕੁਝ ਠੀਕ ਹੋ ਗਿਆ। ਅਜੇ ਵੀ ਸਿਚੁਏਸ਼ਨ ਜਿਹੜੀ ਹੈ ਉਹ ਬੜੀ ਡੈਲੀਕੇਟ ਹੈ, ਬੜੀ ਰਿਸਕੀ ਬਣੀ ਹੋਈ ਹੈ। ਤੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਜਿਹੜੀਆਂ ਇਹ ਇਸ ਵੇਲੇ ਜਿਹੜਾ ਬੂਮ ਦੇਖ ਰਹੇ ਹਾਂ ਆਪਾਂ ਅਲਬਰਟਾ ਦੇ ਵਿੱਚ, ਇਹ ਜਿਹੜਾ ਖਾਸ ਕਰਕੇ ਜਿਹੜਾ ਅੱਜ ਜਿਹੜਾ ਬਾਇਰ ਜਿਹੜਾ ਮਾਰਕੀਟ 'ਚ ਨਿਕਲਿਆ ਹੋਇਆ ਆ, ਉਹਨੂੰ ਬਹੁਤ ਧਿਆਨ ਨਾਲ ਔਰ ਸੋਚ ਸਮਝ ਕੇ ਸਟੈਪ ਲੈਣ ਦੀ ਲੋੜ ਹੈ ਜੀ? ਬਿਲਕੁਲ ਜੀ ਢਿੱਲੋਂ ਸਾਹਿਬ, ਜਿਹੜਾ ਬਾਇਰ ਆ ਉਹਨੂੰ ਬਿਲਕੁਲ ਆਪਣਾ ਪਹਿਲਾਂ ਹੋਮਵਰਕ ਕਰ ਲੈਣਾ ਚਾਹੀਦਾ ਵਾ ਕਿ ਜਦੋਂ ਮਲਟੀ ਬਿਡਿੰਗਸ ਹੁੰਦੀਆਂ, ਜਿਨ੍ਹਾਂ ਨੂੰ ਆਪਾਂ ਸੀਕਰਟ ਬਿਡਿੰਗ ਕਹਿੰਦੇ, ਮੰਨ ਲਓ ਕੋਈ ਜੇ ਅਗਰ ਲਿਸਟਿੰਗ ਆਉਂਦੀ ਆ ਤੇ ਜੇ ਉਹਦੇ 'ਤੇ ਨੰਬਰ ਆਫ ਰਿਐਲਟਰਸ 3 ਤੋਂ 4 ਅੱਜ ਜੋ ਐਵਰੇਜ ਆ ਰਹੀ ਹੈ ਕਿ ਅਗਰ ਚੰਗੀ ਪ੍ਰਾਪਰਟੀ ਮਾਰਕੀਟ 'ਚ ਆ ਰਹੀ ਹੈ ਤਾਂ 3 ਤੋਂ 4 ਉਹਨਾਂ ਨੂੰ ਆਫਰਸ ਜਾ ਰਹੀਆਂ ਨੇ, ਵਿਚ ਇਜ਼ ਸੀਕਰਟ ਬਿਡਿੰਗ। ਤੁਹਾਨੂੰ ਨਹੀਂ ਪਤਾ ਤੁਸੀਂ ਕੀ ਪ੍ਰਾਈਸ, ਜਿਹੜਾ ਸਿਰਫ ਤੁਹਾਨੂੰ ਪਤਾ ਕਿ ਤੁਸੀਂ ਕਿਹੜਾ ਪ੍ਰਾਈਸ ਉਹਨਾਂ ਨੂੰ ਭੇਜ ਰਹੇ, ਲੇਕਿਨ ਯੂ ਡੋਂਟ ਨੋ ਕਿ ਅਦਰ 3 ਜਿਹੜੇ ਰਿਐਲਟਰ ਨੇ ਉਹ ਆਪਣੇ ਕਲਾਇੰਟ ਦਾ ਕੀ ਪ੍ਰਾਈਸ ਭੇਜ ਰਹੇ। ਲੇਕਿਨ ਉਹਦੇ ਵਿੱਚ ਸਭ ਤੋਂ ਜ਼ਰੂਰੀ ਹੈ, ਰਿਐਲਟਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਆਪਣੇ ਕਲਾਇੰਟ ਨੂੰ ਬਿਲਕੁਲ ਸਹੀ ਤਰ੍ਹਾਂ ਗਾਈਡ ਕਰੇ ਕਿ ਜਿਹੜੀ ਆ ਜੋ ਮਾਰਕੀਟ ਦਾ ਟ੍ਰੈਂਡ ਚੱਲ ਰਿਹਾ ਕਿ ਇਹਦੀ ਪ੍ਰਾਪਰਟੀ ਦਾ ਆਪਾਂ ਨੂੰ ਇਸ ਤੋਂ ਉੱਪਰ ਨਹੀਂ ਜਾਣਾ ਚਾਹੀਦਾ, ਕਿਉਂਕਿ ਇਹ ਨਾ ਹੋਵੇ ਕਿ ਤੁਸੀਂ ਬਾਅਦ 'ਚ ਡੈਸਪਰੇਟ ਸਟੈਪ ਲੈ ਲਓ ਔਰ ਬਾਅਦ 'ਚ ਤੁਸੀਂ ਉਸ ਪ੍ਰਾਪਰਟੀ ਨੂੰ ਹਾਇਰ ਪ੍ਰਾਈਸ ਦੇ ਉੱਤੇ ਬਾਅਦ ਵਿੱਚ ਜਦੋਂ ਤੁਸੀਂ ਕਹਿ ਲਓ ਕਿ ਮੌਰਗੇਜ ਦੀ ਅਪਰੂਵਲ ਦੇ ਪ੍ਰੋਬਲਮਸ ਆ ਸਕਦੀਆਂ ਨੇ, ਜਾਂ ਤੁਸੀਂ ਜਿਹੜੀ ਬਾਅਦ 'ਚ ਜਿਹੜੀਆਂ ਇੰਸਟਾਲਮੈਂਟਸ ਦੇਣੀਆਂ ਜਾਂ ਮੌਰਗੇਜ ਪੇ ਕਰਨੀ ਹੈ, ਦੈਟ ਬਿਕਮਸ ਅ ਪ੍ਰੋਬਲਮ। ਬਿਲਕੁਲ ਢਿੱਲੋਂ ਸਾਹਿਬ, ਵੇਖੋ ਮੌਰਗੇਜ ਦੀ ਆਪਾਂ ਗੱਲ ਕਰ ਲਈਏ, ਜਿਵੇਂ ਹੁਣ ਜਿਹੜੇ ਰੇਟ ਨੇ 2.25 ਤੇ ਬੈਂਕ ਕੋਟ ਕਰ ਰਹੇ ਨੇ ਇਸ ਵੇਲੇ, ਠੀਕ ਹੈ ਜੀ। ਹੁਣ ਇਹ ਕਿਹਾ ਜਾਂਦਾ ਕਿ ਜੇ ਮੌਰਗੇਜ ਦੇ ਮੰਨ ਲਓ ਜੇ 1% ਵੀ ਪ੍ਰਾਈਸ ਇਨਕਰੀਜ਼ ਹੁੰਦਾ ਵਾ, ਰੇਟ ਮੌਰਗੇਜ ਦਾ ਹੁੰਦਾ, ਤਾਂ ਤੁਹਾਡੀ ਜਿਹੜੀ ਆ 12,000 ਦੀ ਜਿਹੜੀ ਆ ਬਾਇੰਗ ਪਾਵਰ ਜਿਹੜੀ ਆ ਉਹ ਘਟ ਜਾਂਦੀ ਹੈ, ਠੀਕ ਹੈ ਜੀ, ਕਿਉਂਕਿ ਤੁਸੀਂ ਆਪਣੇ ਡੈਟ ਨੂੰ ਸਰਵਿਸ ਨਹੀਂ ਕਰ ਸਕਦੇ, ਬਿਲਕੁਲ ਨਹੀਂ ਕਰ ਸਕਦੇ। ਸੋ ਉਹਨਾਂ ਫਿਊਚਰ 'ਚ ਤੁਹਾਨੂੰ ਸੋਚਣਾ ਪਏਗਾ ਕਿ ਜਿਹੜੀ ਤੁਹਾਡੀ ਗ੍ਰੋਸ ਇਨਕਮ ਹੈ ਤੁਹਾਡੇ ਘਰ ਦੀ ਜਾਂ ਤੁਹਾਡੇ ਹਾਊਸ ਹੋਲਡ ਦੀ ਹੈ, ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਉਸ ਮੌਰਗੇਜ ਦੀਆਂ ਜਿਹੜੀਆਂ ਇੰਸਟਾਲਮੈਂਟਸ ਨੂੰ ਉਹਨਾਂ ਨੂੰ ਆਪਾਂ ਸਪੋਰਟ ਕਰ ਸਕਾਂਗੇ, ਕਿਉਂਕਿ ਕਿਤੇ ਇਹ ਨਾ ਹੋਵੇ ਕਿ ਆਪਾਂ ਆਪਣੀ ਜ਼ਰੂਰਤ ਤੋਂ ਵੱਡਾ ਘਰ ਖਰੀਦ ਲਈਏ, ਠੀਕ ਹੈ ਜੀ, ਬਾਅਦ 'ਚ ਉਹਨੂੰ ਸਸਟੇਨ ਨਾ ਕਰੇ। ਸੋ ਇਸ ਕਰਕੇ ਬੜਾ ਹੀ ਮਤਲਬ ਧਿਆਨ ਨਾਲ ਸੋਚ ਸਮਝ ਕੇ ਤੁਹਾਨੂੰ ਉਹ ਸਟੈਪ ਚੁੱਕਣਾ ਚਾਹੀਦਾ ਵਾ ਰੀਅਲ ਏਸਟੇਟ ਮਾਰਕੀਟ 'ਚ ਐਂਟਰ ਹੋਣ ਵੇਲੇ। ਤੇ ਜਿਹੜਾ ਓਵਰਆਲ ਹੁਣ ਤੁਸੀਂ ਇਨਵੈਂਟਰੀ ਦੀ ਗੱਲ ਕੀਤੀ ਕਿ ਇਨਵੈਂਟਰੀ ਲੈਵਲ ਘਟਿਆ ਡਿਸਪਾਈਟ ਉਹਦਾ ਫੈਕਟ ਕਿ ਜਿਹੜੇ ਸੇਲਸ ਦੇ ਫਿਗਰਸ ਨੇ ਬਹੁਤ ਉੱਪਰ ਗਏ ਆ, ਤੇ ਉਹਦਾ ਤੁਸੀਂ ਜਿਹੜੇ ਨਵੇਂ ਨਿਊ ਕੰਸਟਰਕਸ਼ਨ ਹੈ ਉਹਦੇ ਵਰਸਸ ਜਿਹੜੇ ਆਲਰੇਡੀ ਐਗਜ਼ਿਸਟ ਕਰਦੇ ਆ, ਉਹਦੇ ਵਿੱਚ ਕੋਈ ਕੰਪੈਰੀਜ਼ਨ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ? ਬਿਲਕੁਲ ਜੀ, ਜਿਹੜੀਆਂ ਨਵੀਆਂ ਕੰਸਟਰਕਸ਼ਨ ਨੇ ਆਪਣਾ ਢਿੱਲੋਂ ਸਾਹਿਬ, ਉਹਦੇ ਵਿੱਚ ਕੋਈ ਕਮੀ ਨਹੀਂ। ਅੱਜ ਵੀ ਜਿਹੜੇ ਬਿਲਡਰ ਨੇ ਆਪਣੇ ਜੋ ਟਾਰਗੇਟਸ ਉਹ ਲੈ ਕੇ ਚੱਲੇ ਨੇ, ਬ੍ਰੇਕਨੈਕ ਸਪੀਡ ਨਾਲ ਉਹ ਨਵੇਂ ਘਰ ਮਾਰਕੀਟ 'ਚ ਲੈ ਕੇ ਆ ਰਹੇ ਨੇ, ਉਹਨਾਂ ਵੱਲੋਂ ਕੋਈ ਡਿਲੇ ਨਹੀਂ ਹੋ ਰਿਹਾ। ਲੇਕਿਨ ਇਹ ਜਿਹੜੀ ਸ਼ਾਰਟੇਜ ਆ ਰਹੀ ਹੈ ਲਿਸਟਿੰਗ ਦੀ, ਉਹ ਰੀਸੇਲ ਦੇ ਵਿੱਚ ਆ ਰਹੀ ਹੈ। ਅੱਛਾ ਜੀ। ਲੇਕਿਨ ਆਉਣ ਵਾਲੇ ਟਾਈਮ 'ਚ ਜੋ ਹੁਣ ਮਾਰਚ ਤੋਂ ਪ੍ਰੋਮਿਸਿੰਗ ਫਿਗਰਸ ਆ ਰਹੀਆਂ ਨੇ, ਜਿਵੇਂ ਮੈਂ ਤੁਹਾਨੂੰ ਅੱਗੇ ਵੀ ਜ਼ਿਕਰ ਕੀਤਾ ਕਿ ਨਿਊ ਲਿਸਟਿੰਗਸ ਵਧੀਆਂ ਨੇ, ਤਾਂ ਇਹ ਲੱਗ ਰਿਹਾ ਕਿ ਜਿਵੇਂ ਆਪਾਂ ਹੁਣ ਅਪ੍ਰੈਲ ਦੇ ਵਿੱਚ ਆਲਰੇਡੀ ਪਹੁੰਚ ਗਏ ਹਾਂ ਔਰ ਮਈ ਜੂਨ ਦੇ ਵਿੱਚ ਨੰਬਰ ਆਫ ਲਿਸਟਿੰਗਸ ਵਧਣਗੀਆਂ ਔਰ ਮਾਰਕੀਟ ਹੋ ਸਕਦਾ ਵਾ ਬੈਲੈਂਸ ਵਾਲੇ ਪਾਸੇ ਤੁਰ ਪਵੇ, ਵਿਚ ਇਜ਼ ਵੈਰੀ ਗੁੱਡ। ਤੁਸੀਂ ਮਤਲਬ ਬੇਸਿਕਲੀ ਕਹਿ ਰਹੇ ਇਕੁਇਲਿਬ੍ਰੀਅਮ ਵਾਲੇ ਪਾਸੇ? ਬਿਲਕੁਲ। ਹਮੇਸ਼ਾ ਜਿਹੜੀ ਬੈਲੈਂਸ ਮਾਰਕੀਟ ਹੁੰਦੀ ਆ ਉਹ ਬਾਇਰ ਔਰ ਸੈਲਰ ਲਈ ਦੋਨਾਂ ਲਈ ਬਹੁਤ ਠੀਕ ਹੁੰਦੀ ਹੈ,
ਕਿਉਂਕਿ ਅੱਜ ਉਸ ਕੇਸ ਦੇ ਵਿੱਚ ਫਿਰ ਪ੍ਰਾਈਸਸ ਤੁਹਾਨੂੰ ਕੀ ਲੱਗਦਾ ਸਟੇਬਲਾਈਜ਼ ਹੋਣਗੀਆਂ, ਥੱਲੇ ਆਉਣ ਦੇ ਚਾਂਸਸ ਨੇ? ਨਹੀਂ, ਥੱਲੇ ਨਹੀਂ ਆਉਣਗੇ ਜੀ, ਬਿਲਕੁਲ ਜੋ ਮਾਰਕੀਟ ਨਜ਼ਰ ਆ ਰਹੀ ਆ ਉਹਦੇ ਵਿੱਚ ਇਹ ਹੋਊਗਾ ਕਿ ਤੁਹਾਡੇ ਕੋਲ ਚੁਆਇਸ ਜ਼ਿਆਦਾ ਹੋ ਜਾਏਗੀ। ਕਰੈਕਟ, ਠੀਕ ਹੈ। ਅੱਜ ਦੇਖੋ ਢਿੱਲੋਂ ਸਾਹਿਬ, ਮੈਂ ਤੁਹਾਨੂੰ ਇੱਕ ਨਵਾਂ ਟ੍ਰੈਂਡ ਕੈਲਗਰੀ 'ਚ ਵੇਖਣ ਨੂੰ ਮਿਲ ਰਿਹਾ, ਤਾਂ ਸ਼ਾਇਦ ਤੁਸੀਂ ਵੀ ਕਿਤੇ ਨੋਟ ਕੀਤਾ ਹੋਵੇਗਾ, ਘਰ ਮਾਰਕੀਟ 'ਚ ਆ ਰਿਹਾ, ਰਾਈਟ ਵੇ ਉਹ ਕੰਡੀਸ਼ਨਲੀ ਸੋਲਡ ਹੋ ਰਿਹਾ, ਲੇਕਿਨ 10 ਦਿਨ ਬਾਅਦ ਫਿਰ ਦੁਬਾਰਾ ਮਾਰਕੀਟ 'ਚ ਆ ਰਿਹਾ। ਉਹਦਾ ਰੀਜ਼ਨ ਕੀ ਹੋ ਰਿਹਾ ਕਿ ਕਈ ਨੌਨ ਸੀਰੀਅਸ ਜਿਹੜੇ ਬਾਇਰ ਨੇ ਜਿਨ੍ਹਾਂ ਨੇ ਅਜੇ ਤੱਕ ਆਪਣੀ ਲਈ ਨਹੀਂ ਪ੍ਰੀ ਅਪਰੂਵਲ, ਉਹ ਬਿਡਿੰਗ ਕਰ ਰਹੇ ਨੇ। ਔਰ ਜਦੋਂ ਬਿਡਿੰਗ ਕਰ ਦਿੰਦੇ ਨੇ ਕੰਡੀਸ਼ਨਲੀ ਸੋਲਡ ਲਈ, ਤੁਹਾਨੂੰ 10 ਦਿਨ ਦਾ ਜਾਂ 10 ਤੋਂ 12 ਦਿਨ ਦਾ ਜਿਹੜਾ ਟਾਈਮ ਮਿਲਦਾ ਵਾ ਟੂ ਅਰੇਂਜ ਫॉर ਦਾ ਫਾਈਨੈਂਸਿੰਗ। ਸੋ ਉਹਦੇ ਨਾਲ ਕੀ ਹੁੰਦਾ ਵਾ ਵੀ ਜਦੋਂ ਉਹਨਾਂ ਨੂੰ ਫਾਈਨੈਂਸਿੰਗ ਨਹੀਂ ਮਿਲਦੀ ਤਾਂ ਦੁਬਾਰਾ ਘਰ ਫਿਰ ਐਕਟਿਵ ਹੋ ਜਾਂਦਾ। ਇਹਦੇ ਕਰਕੇ ਬਹੁਤ ਸਾਰੀਆਂ ਪ੍ਰੋਪਰਟੀਆਂ 'ਚ ਵੇਖਣ ਨੂੰ ਮਿਲ ਰਹੀਆਂ ਨੇ ਜਿਹੜੀਆਂ ਰਾਈਟ ਵੇ ਕੰਡੀਸ਼ਨਲੀ ਸੋਲਡ ਹੋ ਰਹੀਆਂ, ਲੇਕਿਨ 10 ਦਿਨ ਬਾਅਦ ਫਿਰ ਮਾਰਕੀਟ 'ਚ ਆ ਰਹੀਆਂ ਨੇ, ਜਿਹਦੇ ਕਰਕੇ ਇਨਵੈਂਟਰੀ ਦਾ ਲੈਵਲ ਵੱਧ ਰਿਹਾ ਮਾਰਕੀਟ ਦੇ ਵਿੱਚ। ਤੇ ਕੁਇਕਲੀ ਆਪਣਾ ਚੀਮਾ ਸਾਹਿਬ, ਕੀ ਤੁਸੀਂ ਸਲਾਹ ਦੇਣਾ ਚਾਹੋਗੇ, ਚਾਹੇ ਉਹ ਫਸਟ ਟਾਈਮ ਬਾਇਰ ਹੋਵੇ ਜਾਂ ਐਸ ਸੱਚ ਉਹ ਕੋਈ ਟੋਰਾਂਟੋ ਤੋਂ ਮੂਵ ਹੋ ਰਿਹਾ ਜਾਂ BC ਤੋਂ ਮੂਵ ਹੋ ਰਿਹਾ, ਜਾਂ ਇੱਥੇ ਜਿਹੜਾ ਬੈਠਾ ਉਹ ਇਸ ਮੂਡ ਨਾਲ ਬੈਠਾ ਆ ਕਿ ਮੈਂ ਐਤਕੀ ਆਪਣਾ ਘਰ ਜਿਹੜਾ ਚੇਂਜ ਕਰ ਲਵਾਂ ਜਾਂ ਮੈਂ ਵੱਡੇ ਘਰ 'ਚ ਚਲੇ ਜਾਵਾਂ, ਜਾਂ ਕਿਸੇ ਕਮਿਊਨਿਟੀ ਸਪੈਸੀਫਿਕਲੀ ਉਹਨੇ ਮੂਡ ਬਣਾਇਆ ਹੋਵੇ, ਕੀ ਸਲਾਹ ਦੇਣਾ ਚਾਹੋਗੇ ਤੁਸੀਂ? ਮੇਰੀ ਸਲਾਹ ਇਹੀ ਹੈ ਢਿੱਲੋਂ ਸਾਹਿਬ ਵੀ ਕਿ ਜਿਹੜਾ ਵੀ ਘਰ ਦੀ ਤੁਸੀਂ ਬਾਈ ਕਰਨੀ ਹੈ, ਤੁਹਾਡਾ ਨੀਡ ਬੇਸ ਹੋਣਾ ਚਾਹੀਦਾ ਵਾ। ਸੈਕੰਡ ਚੀਜ਼ ਹੈਗਾ ਵੀ ਤੁਹਾਨੂੰ ਮੌਰਗੇਜ ਦੀ ਹਮੇਸ਼ਾ ਪ੍ਰੀ ਅਪਰੂਵਲ ਲੈ ਕੇ ਚੱਲਣਾ ਚਾਹੀਦਾ, ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡਾ ਬਜਟ ਕੀ। ਆਪਾਂ ਪਹਿਲੇ ਪ੍ਰੋਗਰਾਮਾਂ 'ਚ ਵੀ ਜ਼ਿਕਰ ਕੀਤਾ ਸੀਗਾ ਕਿ ਜੇ ਤੁਸੀਂ ਪ੍ਰੀ ਅਪਰੂਵਡ ਹੈਗਾ ਤਾਂ ਯੂ ਨੋ ਕਿ ਤੁਹਾਡਾ ਬਜਟ ਕੀ ਹੈ। ਹਾਂਜੀ, ਤੁਸੀਂ ਘਰ ਤਾਂ ਤੁਸੀਂ ਭਾਵੇਂ 800,000 ਦਾ ਦੇਖ ਲਓ, ਪਰ ਅਗਰ ਤੁਹਾਡੀ ਅਪਰੂਵਲ ਜਿਹੜੀ ਹੈ ਅਗਰ ਉਹ 600,000 ਤੋਂ ਪਲੱਸ ਨਹੀਂ ਹੋਣੀ ਆ ਜਾਂ 700 ਤੋਂ ਥੱਲੇ ਰਹਿ ਜਾਣੀ ਆ, ਤੇ ਉਹਦੇ ਨਾਲੋਂ ਬੈਟਰ ਇਹ ਹੈਗਾ ਕਿ ਅਗਰ ਤੁਸੀਂ ਪ੍ਰੀ ਅਪਰੂਵਲ ਲੈ ਲੈਂਦੇ ਹੋ ਤਾਂ ਯੂ ਆਰ ਕ੍ਰਿਸਟਲ ਕਲੀਅਰ ਕਿ ਤੁਹਾਡੀ ਜਿਹੜੀਆਂ ਲਿਮਿਟਸ ਔਰ ਪੈਰਾਮੀਟਰਸ ਕੀ ਨੇ, ਤੁਸੀਂ ਉਸ ਤੋਂ ਬਾਹਰ ਜਿਹੜਾ ਆ ਉਹ ਤੁਹਾਨੂੰ ਨਹੀਂ ਜਾਣਾ ਚਾਹੀਦਾ। ਈਵਨ ਇਹ ਵੀ ਹੁੰਦਾ ਵਾ ਢਿੱਲੋਂ ਸਾਹਿਬ ਵੀ ਮੰਨ ਲਓ ਤੁਸੀਂ ਕਿਸੇ ਮੌਰਗੇਜ ਬ੍ਰੋਕਰ ਕੋਲ ਜਾਂਦੇ ਹੋ ਜਾਂ ਤੁਸੀਂ ਬੈਂਕ ਦੇ EMPLOYE ਕੋਲ ਜਾਂਦੇ ਹੋ ਮੌਰਗੇਜ ਵਾਸਤੇ, ਤਾਂ ਕਈ ਵਾਰੀ ਤੁਹਾਨੂੰ ਇਹ ਕਨਫਿਊਜ਼ਨ ਹੁੰਦੀ ਹੈ ਕਿ ਮੈਂ ਕਿੰਨੇ ਲਈ ਅਫੋਰਡ ਕਰ ਸਕਦਾ। ਤੁਸੀਂ ਉਹਨੂੰ ਇਹ ਵੀ ਦੱਸ ਸਕਦੇ ਮੇਰੀ ਆਹ ਇਨਕਮ ਹੈ, ਮੈਂ ਇੰਨੀ ਕੀ ਜਿਹੜੀ ਇੰਸਟਾਲਮੈਂਟ ਦੇ ਸਕਦਾ। ਅਗਰ ਤੁਸੀਂ ਉਹਨਾਂ ਨੂੰ ਇੰਸਟਾਲਮੈਂਟ ਦੇ ਵੀ ਫਿਗਰ ਦੱਸ ਦਿਓ ਤਾਂ ਉਹਦੇ ਬੇਸ ਤੇ ਵੀ ਉਹ ਤੁਹਾਡੀ ਜਿਹੜੀ ਆ ਉਹ ਕੈਲਕੂਲੇਸ਼ਨ ਲਗਾ ਲੈਣਗੇ ਕਿ ਵੀ ਤੁਹਾਨੂੰ ਇੰਨੇ ਦਾ ਘਰ ਚਾਹੀਦਾ, ਇਹਨਾਂ ਵਾਸਤੇ ਕੀ ਸੂਟੇਬਲ ਪ੍ਰਾਈਸ। ਬਿਲਕੁਲ, ਉਹ ਤੁਹਾਨੂੰ ਇੱਕ ਆਈਡੀਆ ਦੇ ਦੇਣਗੇ। ਜੇ ਮੰਨ ਲਓ ਮੈਨੂੰ ਪਤਾ ਮੇਰੀ 5,000 ਗ੍ਰੋਸ ਹੈਗੀ ਆ ਤਾਂ ਮੈਂ 1000 ਤੋਂ ਜਾਂ 1500 ਤੋਂ ਵੱਧ ਮੈਂ ਅਫੋਰਡ ਨਹੀਂ ਕਰ ਸਕਦਾ, ਤਾਂ ਮੈਂ ਅਗਰ ਫਿਗਰ ਦੇਵਾਂ ਵੀ ਮੇਰੀ 1500 ਇੰਸਟਾਲਮੈਂਟ ਹੋਣੀ ਚਾਹੀਦੀ, ਦੈਨ ਦੇ ਵਿਲ ਲੈਟ ਯੂ ਨੋ ਕਿ ਤੁਹਾਡਾ ਜਿਹੜਾ ਬਜਟ ਕਿੰਨਾ ਵਾ ਜੇ ਤੁਸੀਂ 1500 ਇੰਸਟਾਲਮੈਂਟ ਦੇਣੀ ਹੈ ਤਾਂ। ਅੱਜ ਫੇਰ ਜੀ ਬਹੁਤ ਇੰਪੋਰਟੈਂਟ ਮੁੱਦੇ ਦੇ ਉੱਤੇ ਜਤਿੰਦਰ ਚੀਮਾ ਜੀ ਨੇ ਸਾਡੇ ਨਾਲ ਆਪਣੀ ਜਿਹੜਾ ਨੌਲੇਜ ਆ ਉਹ ਸਾਡੇ ਨਾਲ ਸ਼ੇਅਰ ਕੀਤੀ ਆ ਔਰ ਸਾਨੂੰ ਗਾਈਡੈਂਸ ਦਿੱਤੀ ਆ। ਮੈਂ ਉਮੀਦ ਕਰਦਾ ਜੀ ਕਿ ਤੁਹਾਡੇ ਸਾਰਿਆਂ ਦੇ ਕਾਫੀ ਸਾਰੇ ਸਵਾਲ ਜਿਹੜੇ ਨੇ ਉਹਨਾਂ ਨੇ ਐਡਰੈਸ ਕਰਨ ਦੀ ਕੋਸ਼ਿਸ਼ ਕੀਤੀ ਹੋਏਗੀ। ਸੋ ਆਪਾਂ ਇਸ ਵੇਲੇ ਇਸ ਪ੍ਰੋਗਰਾਮ ਦਾ ਸਮਾਂ ਹੋ ਗਿਆ। ਚੀਮਾ ਸਾਹਿਬ ਇਜਾਜ਼ਤ ਲੈਂਦੇ ਆ ਜੀ। ਸਤਿ ਸ਼੍ਰੀ ਅਕਾਲ ਜੀ।